अमरपुर ले चल ओ सजना, अमरपुर ले चल ओ सजना। ਸਾਰਿਆਂ ਨੂੰ ਮੇਰੇ ਵੱਲੋਂ ਰਾਧਾ ਸਵਾਮੀ ਜੀ। ਜਿਵੇਂ ਕਿ ਆਪਾਂ ਜਾਣਦੇ ਹਾਂ, ਅੱਜ 28 ਸਤੰਬਰ 2025 ਨੂੰ ਡੇਰੇ ਦੇ ਵਿੱਚ ਸਤਸੰਗ ਹੋਇਆ। ਅੱਜ ਹਜ਼ੂਰ ਜੀ ਦੇ ਨਾਲ ਬਾਬਾ ਜੀ ਵੀ ਸਟੇਜ ਦੇ ਉੱਤੇ ਆਏ ਤੇ ਅੱਜ ਦਾ ਜਿਹੜਾ ਸਤਸੰਗ ਹੈ ਉਹ ਹਜ਼ੂਰ ਜੀ ਵੱਲੋਂ ਕੀਤਾ ਗਿਆ ਹੈ। ਅੱਜ ਹਜ਼ੂਰ ਜੀ ਨੇ ਜਿਹੜੀ ਬਾਣੀ ਲਿੱਤੀ ਉਹ ਸੀਗੀ ਗੁਰੂ ਔਰ ਨਾਮ ਭਗਤੀ ਭਜਨ 19ਵਾਂ ਸ਼ਬਦ 18ਵਾਂ ਸ਼ਬਦ ਥਾਮ ਆਪਣੇ ਚਲੋ ਭਾਈ। ताम अपने चलो पाई, पराए देश क्यों रहना, काम अपना करो जाई, पराए काम नहीं फसना। ਇਹ ਜਿਹੜੀ ਬਾਣੀ ਹੈ ਇਹ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਹੈ। ਇਸ ਦੇ ਵਿੱਚ ਉਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ? ਦੇਖੋ, ਸੰਤਮਤ ਜਿਹੜਾ ਹੈ ਉਹ ਉਸੂਲਾਂ ਦੇ ਉੱਤੇ ਚੱਲਦਾ ਹੈ ਤੇ ਸੰਤਮਤ ਦਾ ਜਿਹੜਾ ਉਸੂਲ ਹੈ ਉਹਨਾਂ ਨੇ ਸਮਝਾਇਆ ਕਿ ਉਹ ਅਸਲੀਅਤ ਬਾਰੇ ਸਮਝਾਉਣ ਵਾਸਤੇ ਹੈ। ਸੰਤ ਮਹਾਤਮਾ ਸਾਨੂੰ ਇੱਥੇ ਅਸਲੀਅਤ ਸਮਝਾਉਣ ਵਾਸਤੇ ਆਉਂਦੇ ਹਨ। ਭਾਵੇਂ ਉਹ ਸੱਚਾਈ ਜਿਹੜੀ ਹੈ ਉਹ ਕਿੰਨੀ ਵੀ ਕੋੜੀ ਕਿਉਂ ਨਾ ਹੋਵੇ, ਕਿੰਨੇ ਵੀ ਕੜਵੀ ਕਿਉਂ ਨਾ ਹੋਵੇ, ਲੇਕਿਨ ਉਹਨਾਂ ਦਾ ਜਿਹੜਾ ਉਸੂਲ ਹੈ ਉਹ ਇਹੀ ਹੈ ਕਿ ਸਾਨੂੰ ਅਸਲ ਵੱਲ ਤੁਰਨਾ ਹੈ। ਉਹ ਸਾਨੂੰ ਸਮਝਾਉਣ ਆਉਂਦੇ ਹਨ ਕਿ ਉਹ ਮਾਲਿਕ ਜਿਹੜਾ ਹੈ ਉਹ ਇੱਕ ਹੈ, ਉਹ ਏਕ ਓੰਕਾਰ ਹੈ। ਇਹ ਗ੍ਰੰਥ ਪੋਥੀਆਂ ਜਿਹੜੀਆਂ ਹਨ ਇਹ ਸਾਨੂੰ ਉਸ ਪਰਮਾਤਮਾ ਦੀ, ਉਹ ਗੁਰੂਆਂ ਦੀ ਹੱਡਬੀਤੀਆਂ ਸਾਡੇ ਸਾਹਮਣੇ ਰੱਖਦੀ ਹੈ। ਹਜ਼ੂਰ ਜੀ ਨੇ ਐਗਜ਼ਾਮਪਲ ਲਿੱਤਾ ਕਿ ਜਿਵੇਂ ਆਪਾਂ ਸਕੂਲ ਦੇ ਵਿੱਚ ਪੜ੍ਹਦੇ ਹਾਂ, ਜਿਹੜੇ ਸਾਇੰਸ ਫਿਜ਼ਿਕਸ ਜਾਂ ਹੋਰ ਪ੍ਰੈਕਟੀਕਲ ਐਗਜ਼ਾਮ ਦੇ ਜਿੱਥੇ ਹੁੰਦੇ ਆ ਉਹਨਾਂ ਦਾ ਐਗਜ਼ਾਮਪਲ ਲਿੱਤੇ ਹੋਏ ਉਹਨਾਂ ਨੇ ਕਿਹਾ ਕਿ ਦੇਖੋ, ਪਹਿਲਾਂ ਸਾਨੂੰ ਥਿਊਰੀ ਪੜ੍ਹਾਈ ਜਾਂਦੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਉਸ ਚੀਜ਼ ਦਾ ਐਕਸਪੈਰੀਮੈਂਟ ਕਰਾਇਆ ਜਾਂਦਾ ਹੈ, ਫਿਰ ਸਾਨੂੰ ਉਹ ਅਹਿਸਾਸ ਹੁੰਦਾ ਹੈ, ਫਿਰ ਸਾਨੂੰ ਵਿਸ਼ਵਾਸ ਆਉਂਦਾ ਹੈ ਕਿ ਉਹ ਕਿਹੜੀ ਚੀਜ਼ ਹੈ। ਜਦ ਤੱਕ ਉਹ ਐਕਸਪੈਰੀਮੈਂਟ ਨਹੀਂ ਹੁੰਦਾ ਹੈ, ਜਦ ਤੱਕ ਉਹ ਪ੍ਰੈਕਟੀਕਲ ਨਹੀਂ ਹੁੰਦਾ ਹੈ, ਸਾਨੂੰ ਸਮਝ ਨਹੀਂ ਆਉਂਦਾ। ਉਹੀ ਭਗਤੀ ਦਾ ਹੈਗਾ। ਇਹ ਗ੍ਰੰਥ ਪੋਥੀਆਂ ਜਿਹੜੀਆਂ ਹੈਗੀਆਂ ਹਨ ਇਹ ਸਾਨੂੰ ਸਮਝਾਉਣ ਵਾਸਤੇ ਹਨ। ਇਹਨਾਂ ਨੂੰ ਪੜ੍ਹਨ ਤੋਂ ਸਾਨੂੰ ਕੁਝ ਨਹੀਂ ਮਿਲਣ ਲੱਗਾ, ਇਹਨਾਂ ਤੋਂ ਸਿਰਫ ਗਿਆਨ ਮਿਲ ਸਕਦਾ ਹੈ। ਜਦ ਤੱਕ ਉਹ ਗਿਆਨ ਨੂੰ ਆਪਾਂ ਪ੍ਰੈਕਟੀਕਲ ਵਿੱਚ ਨਹੀਂ ਲਾਵਾਂਗੇ, ਉਹਨਾਂ ਦਾ ਪ੍ਰਯੋਗ ਨਹੀਂ ਕਰਾਂਗੇ, ਉਹ ਭਜਨ ਸਿਮਰਨ ਦੇ ਵਿੱਚ ਨਹੀਂ ਬੈਠਾਂਗੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਸਕਦਾ। ਸਾਨੂੰ ਸਮਝਣ ਦੀ ਲੋੜ ਹੈ। ਉਹਨਾਂ ਨੇ ਬਾਣੀ ਦਾ ਜਿਹੜਾ ਸ਼ਬਦ ਹੈ ਉਹ ਸਾਡੇ ਸਾਹਮਣੇ ਰੱਖਿਆ, ਧਾਮ ਆਪਣੇ ਚਲੋ ਭਾਈ, ਪਰਾਏ ਦੇਸ਼ ਕਿਉਂ ਰਹਿਣਾ। ਹੁਣ ਸਾਡੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਉਹ ਕਿਹੜਾ ਧਾਮ ਹੈ, ਇਹ ਦੇਸ਼ ਕਿਹੜੇ ਦੇਸ਼ ਦੀ ਗੱਲ ਕਰ ਰਹੇ ਹਨ? ਤਾਂ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਭਰਾਵਾ, ਇਹ ਜਿਹੜਾ ਦੇਸ਼ ਹੈ ਇਹ ਦੇਸ਼ ਸਾਡਾ ਦੇਸ਼ ਨਹੀਂ, ਇਹ ਕੌਮ ਸਾਡੀ ਕੌਮ ਨਹੀਂ, ਇਹ ਮਜ਼ਹਬ ਸਾਡਾ ਮਜ਼ਹਬ ਨਹੀਂ। ਇਹ ਦੇਸ਼ ਜਿਹੜਾ ਹੈ ਇਹ ਇਲੂਜ਼ਨ ਹਨ। ਇੱਥੇ ਆਪਾਂ ਕੁਝ ਸਾਲ ਵਾਸਤੇ ਇੱਥੇ ਆਏ ਹਨ, ਇਹ ਸਾਡਾ ਧਾਮ ਨਹੀਂ ਹੈ। ਸਾਡਾ ਜਿਹੜਾ ਧਾਮ ਹੈ ਉਹ ਕਿਹੜਾ ਹੈ? ਉਹ ਉਸ ਪਰਮਾਤਮਾ ਦਾ ਸੱਚਖੰਡ ਹੈ। ਉਹਨਾਂ ਨੇ ਸਾਨੂੰ ਸਮਝਾਇਆ ਕਿ ਅਸਲੀਅਤ ਕੀ ਹੈ। ਜਿਵੇਂ ਦੇਖੋ, ਆਪਾਂ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਕਿਸੇ ਹੋਰ ਸਟੇਟ ਦੇ ਵਿੱਚ ਭੇਜ ਦਿੰਦੇ ਹਨ ਜਾਂ ਵਿਦੇਸ਼ਾਂ ਦੇ ਵਿੱਚ ਭੇਜ ਦਿੰਦੇ ਹਨ, ਲੇਕਿਨ ਆਪਾਂ ਇੱਕ ਮਕਸਦ ਦੇ ਨਾਲ ਉਹਨਾਂ ਨੂੰ ਉੱਥੇ ਭੇਜਦੇ ਹਾਂ। ਉਹ ਕਿਹੜਾ ਮਕਸਦ ਹੈ? ਕਿ ਬੱਚਾ ਪੜ੍ਹਾਈ ਪੂਰੀ ਕਰਕੇ ਆਪਣੇ ਘਰ ਵਾਪਸ ਆ ਜਾਵੇ। ਲੇਕਿਨ ਜੇ ਬੱਚਾ ਉੱਥੇ ਹੀ ਜਾ ਕੇ ਵਸ ਜੇ, ਮਾਂ-ਬਾਪ ਦਾ ਸਾਥ ਹੀ ਛੱਡ ਦੇ, ਕਿ ਤੁਸੀਂ ਉਹਨਾਂ ਨੂੰ ਚੰਗਾ ਕਹੋਗੇ? ਕਿ ਤੁਸੀਂ ਕਹੋਗੇ ਉਹਨਾਂ ਨੇ ਚੰਗਾ ਕੀਤਾ? ਉਹ ਭਰਾਵਾ ਉਹੀ ਸਾਡੇ ਨਾਲ ਹੈ। ਆਪਾਂ ਕੀ ਕਰਕੇ ਹਨ? ਪਰਮਾਤਮਾ ਨੇ ਸਾਨੂੰ ਇੱਥੇ ਜਿਹੜਾ ਪਿਛੋੜਾ ਹੋਇਆ ਹੈ ਉਹ ਸਾਡੇ ਕਰਮਾਂ ਕਰਕੇ ਹੋਇਆ ਹੈ। ਆਪਾਂ ਨੂੰ ਇੱਥੇ ਭੇਜਿਆ ਗਿਆ ਹੈ ਕਿ ਆਪਾਂ ਆਪਣੇ ਸਾਰੇ ਕੰਮ-ਕਾਜ ਕਰਦੇ ਹੋਈਏ, ਉਸ ਭਜਨ ਸਿਮਰਨ ਨੂੰ ਕਰਦੇ ਹੋਈਏ, ਆਪਾਂ ਉਸ ਪਰਮਾਤਮਾ ਵੱਲ ਤੁਰਨਾ ਹੈ, ਆਪਣੇ ਘਰ ਚਲੇ ਜਾਣਾ ਹੈ। ਉਹ ਪਿਤਾ ਸਾਡਾ ਪਿਤਾ ਹੈ, ਉਹ ਘਰ ਸਾਡਾ ਘਰ ਹੈ। ਇਹ ਦੁਨੀਆਵੀ ਜਿਹੜਾ ਘਰ ਹੈ ਇਹ ਅੱਜ ਤੁਹਾਡਾ ਹੈ, ਕੱਲ ਕਿਸੇ ਹੋਰ ਦੇ ਬੰਦੇ ਸੀਗਾ, ਕੱਲ ਕਿਸੇ ਹੋਰ ਦਾ ਹੋ ਜਾਊਗਾ। ਤੁਸੀਂ ਹੁਣ ਦੇਖੋ, ਜਿੱਥੇ ਤੁਸੀਂ ਅੱਜ ਰਹਿ ਰਹੇ ਹੋ, ਕੀ ਤੁਸੀਂ ਇੱਥੇ ਰਹਿ ਰਹੇ ਹੋ? ਪਤਾ ਨਹੀਂ ਕਿੰਨੇ ਸਾਲ ਪਹਿਲਾਂ ਕੋਈ ਹੋਰ ਰਹਿੰਦਾ ਸੀ, ਹੁਣ ਤੁਹਾਡੇ ਜਾਣ ਤੋਂ ਬਾਅਦ ਪਤਾ ਨਹੀਂ ਕਿਸ ਦਾ ਹੋ ਜਾਵੇਗਾ।
ਤਾਂ ਜਿਹੜੀ ਚੀਜ਼ ਤੁਹਾਡੀ ਹੋ ਨਹੀਂ ਸਕਦੀ, ਤੁਹਾਡੇ ਨਾਲ ਜਾ ਨਹੀਂ ਸਕਦੀ, ਜਿੱਥੇ ਤੁਸੀਂ ਪਰਮਾਨੈਂਟ ਰਹਿ ਨਹੀਂ ਸਕਦੇ, ਉਹ ਘਰ ਤੁਹਾਡਾ ਘਰ ਕਿਵੇਂ ਹੋ ਜਾਊਗਾ? ਉਹ ਮਜ਼ਹਬ ਤੁਹਾਡਾ ਮਜ਼ਹਬ ਕਿਵੇਂ ਹੋ ਜਾਊਗਾ? ਉਹ ਜਾਤ ਤੁਹਾਡੀ ਕਿਹੜੀ ਹੋ ਜਾਊਗੀ? ਉਹ ਭਰਾਵਾਂ, ਇਹ ਸਾਡੀਆਂ ਚੀਜ਼ਾਂ ਨੇ ਫਨਾ ਹੋ ਜਾਣਾ ਹੈ, ਇਹ ਸਾਡੀਆਂ ਚੀਜ਼ਾਂ ਨੇ ਦੂਰ ਹੋ ਜਾਣਾ ਹੈ, ਇਹ ਸਾਡੀ ਸੱਚਾਈ ਨਹੀਂ ਹੈ। ਫਿਰ ਅੱਗੇ ਉਹ ਸਾਨੂੰ ਸਮਝਾਉਂਦੇ ਹਨ ਕਿ ਦੇਖੋ, ਆਪਾਂ ਤਾਂ ਦੁਨੀਆ ਨੂੰ ਉਸੇ ਤਰੀਕੇ ਦੇ ਨਾਲ ਦੇਖਦੇ ਆ ਜਿਹੜਾ ਆਪਾਂ ਆਪਣੇ ਕਨਵੀਨੀਅੰਸ ਦੇ ਨਾਲ ਦੇਖਦੇ ਆ। ਜੇ ਕਿਸੇ ਨੂੰ ਹਰਾ ਚਸ਼ਮਾ ਤੁਸੀਂ ਅੱਖਾਂ ਦੇ ਵਿੱਚ ਲਾ ਲੈਂਦੇ ਹੋ ਤਾਂ ਉਹਨਾਂ ਨੂੰ ਦੁਨੀਆ ਹਰੀ ਹੀ ਦਿਖਾਈ ਦਿੰਦੀ ਹੈ। ਲੇਕਿਨ ਸਾਨੂੰ ਜਦ ਆਪਾਂ ਪਰਮਾਤਮਾ ਦਾ ਚਸ਼ਮਾ ਆਪਣੀ ਅੱਖਾਂ ਦੇ ਲਾਵਾਂਗੇ, ਉਸ ਨਾਮ ਦਾ ਚਸ਼ਮਾ ਆਪਣੀ ਅੱਖਾਂ ਦੇ ਉੱਤੇ ਲਾਵਾਂਗੇ, ਤਾਂ ਸਾਨੂੰ ਹਰ ਇੱਕ ਜੀਵ ਦੇ ਵਿੱਚ ਉਹ ਪਰਮਾਤਮਾ ਦਿਖਾਈ ਦੇਊਗਾ। ਫਿਰ ਉਹ ਪਰਮਾਤਮਾ ਹੀ ਪਰਮਾਤਮਾ ਹੋ ਜਾਊਗਾ। ਉਹਨਾਂ ਨੇ ਬਾਣੀ ਕਹੀ, राम में आत्म, आत्म में राम, चिन्ह गुण विचारा, कि आत्मा में वो परमात्मा है, परमात्मा में वो आत्मा है, आत्मा ही वो परमात्मा है। लेकिन सानू पहचान दी लोड़ है, आपां पहचान नहीं करते हैं, तां करके आपां इत्थे फसे हुए हैं। हुण सवाल उठता है कि जी वो कर केड़ा सच्चा है? पलटू साहब सानू समझाउंदे हन, साहिब साहिब क्या करे, साहिब तेरे पास। कि साहिब साहिब करन तो की हुंदा है? साहिब तां तेरे पास हन। फिर सवाल उठता है कि जे साडे कोल है ਤਾਂ ਫਿਰ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ? ਉਹ ਭਰਾਵਾ ਦਿਖਾਈ ਕਿਵੇਂ ਦੇਊਗਾ? ਆਪਾਂ ਜਿਹੜਾ ਸਾਡਾ ਮਨ ਹੈ, ਉਸ ਦੇ ਵਿੱਚ ਜਿਹੜੀ ਪਰਤ ਉਹ ਮੈਲ ਚੜੀ ਹੋਈ ਹੈ ਦੁਨੀਆ ਦੀ, ਕਾਮ ਕ੍ਰੋਧ ਮੋਹ ਲੋਭ ਦੀ, ਉਸਨੇ ਉਸ ਪਰਮਾਤਮਾ ਦੀ ਜਿਹੜੀ ਜੋਤ ਹੈ ਉਹਨਾਂ ਨੂੰ ਢੱਕ ਦਿੱਤਾ ਹੈ। ਸਾਡਾ ਜਿਹੜਾ ਡਿਸਟਰੈਕਸ਼ਨ ਹੈ, ਸਾਡਾ ਜਿਹੜਾ ਮਨ ਹੈ, ਉਹ ਦੂਰ ਹੋ ਗਿਆ ਹੈ, ਸਾਨੂੰ ਦਿਖਾਈ ਨਹੀਂ ਦਿੰਦਾ। ਤੁਸੀਂ ਸੋਚੋ, ਜੇ ਮੈਂ ਕੋਈ ਕਵੇ ਕਿ ਸੂਰਜ ਉੱਥੇ ਨਿਕਲਿਆ ਹੋਇਆ ਹੈ, ਤੁਸੀਂ ਆਪਣਾ ਮੂੰਹ ਸੂਰਜ ਤੋਂ ਫੇਰ ਲਓ, ਫਿਰ ਕਹੋ ਜੀ ਮੈਨੂੰ ਸੂਰਜ ਦਿਖਾਈ ਨਹੀਂ ਦੇ ਰਿਹਾ। ਉਹ ਭਰਾਵਾ ਸੂਰਜ ਤੋਂ ਕਿਤੇ ਨਹੀਂ ਚਲਾ ਗਿਆ, ਤੁਸੀਂ ਆਪਣਾ ਮੂੰਹ ਫੇਰਿਆ ਹੋਇਆ ਹੈ। ਉਹੀ ਪਰਮਾਤਮਾ ਦੀ ਗੱਲ ਹੈ। ਆਪਾਂ ਨੇ ਆਪਣਾ ਜਿਹੜਾ ਮੁਖ ਹੈ ਉਹ ਪਰਮਾਤਮਾ ਤੋਂ ਉਲਟ ਕੀਤਾ ਹੋਇਆ ਹੈ, ਤਾਂ ਕਰਕੇ ਸਾਨੂੰ ਪਰਮਾਤਮਾ ਨਹੀਂ ਦਿਖਦਾ। ਪਰਮਾਤਮਾ ਅੰਦਰ ਹੈ, ਸਾਡਾ ਧਿਆਨ ਭਾਰਮੁਖੀ ਹੋਇਆ ਪਿਆ ਹੈ। ਸਾਨੂੰ ਸਮਝਾਉਂਦੇ ਹਨ that we are the living temple of the God, ਕਿ ਆਪਾਂ ਉਸ ਪਰਮਾਤਮਾ ਤੇ ਜੀਤੇ ਜਾਗਤੇ ਮੰਦਰ ਹਨ। ਉਹ ਪਰਮਾਤਮਾ ਸਾਡੇ ਅੰਦਰ ਨਿਵਾਸ ਕਰਦਾ ਹੈ, ਲੇਕਿਨ ਸਾਡਾ ਜਿਹੜਾ ਧਿਆਨ ਹੈ ਉਹ ਪਾਰ ਦੇ ਮੰਦਰਾਂ ਦੀ ਤਰਫ ਹੈ, ਪਾਰ ਦੇ ਤੀਰਥਾਂ ਦੀ ਤਰਫ ਹੈ। ਇਹ ਸਰੀਰ ਜਿਹੜਾ ਹੈ ਇਹ ਤੀਰਥ ਹੈ। ਸਭ ਤੋਂ ਵੱਡਾ ਤੀਰਥ ਇਹੀ ਹੈ ਜਿੱਥੇ ਇੰਨੇ ਵੱਡੇ ਵੱਡੇ ਮਹਾਂਪੁਰਖ ਆ ਕੇ ਜਿਨ੍ਹਾਂ ਨੇ ਇਸ ਸਰੀਰ ਦੇ ਵਿੱਚ ਭਗਤੀ ਕਰਕੇ ਉਸ ਪਰਮਾਤਮਾ ਨੂੰ ਪਾਇਆ ਹੈ। ਚੌਥੇ ਲੋਕ ਵਸੇ ਇੱਕ ਵਾਸੀ, ਕਿ ਉੱਥੇ ਦੇ ਆਪਾ ਵਾਸੀ ਹਨ ਚੌਥੇ ਲੋਕ ਦੇ। ਇਹ तीन ਲੋਕ ਜਿਹੜੇ ਹਨ ਇਹ ਨੀਚੇ ਦੇ ਲੋਕ ਹਨ। ਇਹਨਾਂ ਦੀ ਚੀਜ਼ ਮਾਇਆ ਦੇ ਨਾਲ ਚੱਲਦੀ ਹੈ, ਇੱਥੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ। ਲੇਕਿਨ ਉਹ ਜਿਹੜਾ ਚੌਥਾ ਲੋਕ ਹੈ ਉੱਥੇ ਦੇ ਆਪਾ ਵਾਸੀ ਹਨ, ਉੱਥੇ ਉਹ ਪਰਮਾਤਮਾ ਨਿਵਾਸ ਕਰਦਾ ਹੈ। ਫਿਰ ਸਾਨੂੰ ਅੱਗੇ ਸਮਝਾਉਂਦੇ ਹਨ ਕਿ ਸਾਨੂੰ ਉਸ ਪਹਿਚਾਨ ਕਰਨੀ ਹੈ, ਉਸ ਅਸਲ ਦੀ ਪਹਿਚਾਨ ਕਰਨੀ ਹੈ। ਅੱਗੇ ਸ਼ਬਦ ਆਉਂਦਾ ਹੈ, ਕਾਮ ਆਪਣਾ ਕਰੋ ਜਾਈ, ਪਰਾਏ ਕਾਮ ਨਹੀਂ ਫਸਣਾ। ਸਾਨੂੰ ਅੱਗੇ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕੰਮ ਕਿਹੜਾ ਹੈ ਜਿਹੜਾ ਸਾਨੂੰ ਇੱਥੇ ਦਿੱਤਾ ਗਿਆ ਹੈ। ਆਪਾਂ ਕੀ ਕਰਦੇ ਹਾਂ? ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਭ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਕਿ ਭਰਾਵਾ ਤੂੰ ਚਾਰ ਜ਼ਿੰਦਗੀ ਆਪਣੀ ਹੰਡ ਕੇ ਬਤਾ ਦਿੰਦਾ ਹੈ, ਚਾਰ ਨੂੰ ਸੰਭ ਕੇ ਬਤਾ ਦਿੰਦਾ ਹੈ। ਜਦੋਂ ਪਰਮਾਤਮਾ ਤੇਰੇ ਤੋਂ ਲੇਖਾ ਮੰਗੂਗਾ ਕੀ ਜਵਾਬ ਦੇਊਗਾ? ਕਿ ਮੈਂ ਇੱਥੇ ਹੀ ਕਰਨ ਆਇਆ ਸੀ? ਸਾਡੇ ਤੇ ਜਾਨਵਰ ਦੇ ਵਿੱਚ ਕੀ ਫਰਕ ਰਹਿ ਜਾਂਦਾ ਹੈ? ਪਰਾਏ ਕੰਮ ਸਾਡੇ ਕੀ ਹੈ? ਆਪਾਂ ਸੋਚਦੇ ਹਾਂ ਬਾਲ ਬੱਚੇ ਪੈਦਾ ਕਰ ਲਓ, ਆਪਾਂ ਆਪਣੀ ਰੋਟੀ ਜੋਗਾ ਇੰਤਜ਼ਾਮ ਕਰ ਲਓ, ਆਪਾਂ ਆਪਣਾ ਧਨ ਦੌਲਤ ਇਕੱਠੀ ਕਰ ਲਓ, ਮਹਿਲ ਮਨਾਰੇ ਬਣਾ ਲਓ। ਉਹ ਭਰਾਵਾ ਇਹ ਚੀਜ਼ਾਂ ਤਾਂ ਜਾਨਵਰ ਵੀ ਕਰਦੇ ਹਨ, ਜਾਨਵਰ ਵੀ ਬੱਚੇ ਪੈਦਾ ਕਰਦੇ ਹਨ, ਜਾਨਵਰ ਵੀ ਆਪਣੇ ਰਹਿਣ ਦਾ ਇੰਤਜ਼ਾਮ ਕਰਦੇ ਹਨ, ਆਪਣੇ ਬਾਲ ਬੱਚੇ ਪਾਲਦੇ ਹਨ। ਲੇਕਿਨ ਸਾਡਾ ਚੀਜ਼ ਕੀ ਹੈ ਜਿਹੜੀ ਉਹਨਾਂ ਤੋਂ ਆਪਾਂ ਦੂਰ ਬਣਾਉਂਦੀ ਹੈ? ਇਹ ਹੈ ਕਿ ਆਪਾਂ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ। ਇਹ ਜਾਮਾ ਜਿਹੜਾ ਹੈ ਪ੍ਰਮਾਤਮਾ ਨੂੰ ਪਾਉਣ ਵਾਸਤੇ ਹੈ। ਇਹ ਜਿਹੜਾ ਸਰੀਰ ਹੈ ਇਸ ਵਿੱਚ ਹੀ ਆ ਕੇ ਉਸ ਪ੍ਰਮਾਤਮਾ ਨੂੰ ਆਪਾਂ ਪਾ ਸਕਦੇ ਹਾਂ। ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ। ਅੱਜ ਆਪਾਂ ਪਰਾਏ ਕੰਮ ਵਿੱਚ ਫਸੇ ਹੋਏ ਹਨ, ਪਰਮਾਤਮਾ ਤੋਂ ਬਿਲਕੁਲ ਹੀ ਭੁੱਲ ਕੇ ਬਹਿ ਗਏ ਹਨ। ਇਹ ਨਹੀਂ ਕਿਹਾ ਜਾਂਦਾ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਛੱਡ ਦਈਏ, ਲੇਕਿਨ ਇੱਕ ਬੈਲੈਂਸ ਅਪਰੋਚ ਬਣਾਉਂਦੇ ਹੋਈਏ, ਸਾਰੇ ਕੰਮ ਕਾਜ ਕਰਦੇ ਹੋਈਏ ਆਪਾਂ ਨੂੰ ਉਸ ਪਰਮਾਤਮਾ ਵੱਲ ਤੁਰਨਾ ਹੈ। ਅੱਜ ਆਪਾਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਸ਼ੁਕਰ ਕਰਨ ਨੂੰ ਇੱਥੇ ਰਹਿੰਦਾ ਹੈ। ਸਾਨੂੰ ਸਮਝਾਇਆ ਜਾਂਦਾ ਹੈ ਕਿ more possession is equal to more desire, ਕਿ ਜਿੰਨਾ ਸਾਡੇ ਕੋਲ ਹੈ ਆਪਾਂ ਹੋਰ ਮੰਗਣਾ ਸ਼ੁਰੂ ਕਰ ਦਿੰਦੇ ਹਨ। ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਕਹੇ ਕਿ ਜੀ ਅੱਜ ਮੇਰੇ ਕੋਲ ਸ਼ਾਂਤੀ ਹੈ? ਕਿਸੇ ਪੋਲੀਟੀਸ਼ੀਅਨ ਨੂੰ ਪੁੱਛ ਕੇ ਵੇਖ ਲਿਓ, ਕਿਸੇ ਬਿਜ਼ਨਸਮੈਨ ਨੂੰ ਪੁੱਛ ਕੇ ਵੇਖ ਲਿਓ, ਕਿਸੇ ਸੇਠ ਸਾਹੂਕਾਰ ਨੂੰ ਪੁੱਛ ਕੇ ਦੇਖ ਲਿਓ। ਕੋਈ ਕਹੇਗਾ ਜੀ ਮੇਰੇ ਮਨ ਦੇ ਵਿੱਚ ਸ਼ਾਂਤੀ ਹੈ, ਮੈਨੂੰ ਹੋਰ ਨਹੀਂ ਚਾਹੀਦਾ। ਹੋਰ ਦੀ ਤਲਬ ਦੇ ਵਿੱਚ ਆਪਾਂ
ਇੰਨੇ ਗਲਤ ਕੰਮ ਵੀ ਕਰਕੇ ਬਹਿ ਜਾਂਦੇ ਹਨ ਕਿ ਆਪਾਂ ਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ। ਤਾਂ ਭਰਾਵਾ ਸਾਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਮੈਟਰੀਅਲਿਸਟਿਕ ਚੀਜ਼ਾਂ ਜਿਹੜੀਆਂ ਹਨ, ਦੁਨਿਆਵੀ ਚੀਜ਼ਾਂ ਹਨ, ਉਹਨਾਂ ਨੂੰ ਮੰਗੇ ਲੱਗੇ ਹਨ। ਆਪਾਂ ਪਰਮਾਤਮਾ ਦੀ ਚੀਜ਼ਾਂ ਨੂੰ ਨਹੀਂ ਮੰਗਦੇ, ਆਪਾਂ ਪਰਮਾਤਮਾ ਨੂੰ ਨਹੀਂ ਮੰਗਦੇ। ਆਪਾਂ ਸੋਚਦੇ ਹਾਂ ਕਿ ਆਪਾਂ ਨੂੰ ਪਲੈਨਿੰਗ ਕਰਨੀ ਹੈ, ਰੋਜ਼ ਪਲੈਨਿੰਗ ਕਰਦੇ ਰਹੋ, ਸਵਾਸ ਪਲੈਨਿੰਗ ਕਰਦੇ ਰਹੋ। ਆਪਾਂ ਇਹ ਨਹੀਂ ਸਮਝਦੇ ਕਿ ਉਹ ਜਿਹੜੀ ਮੌਤ ਹੈ ਉਹ ਸਾਡਾ ਦਰਵਾਜ਼ਾ ਖਟਖਟਾ ਰਹੀ ਹੈ। ਆਪਾਂ ਪਲੈਨਿੰਗ ਦੇ ਵਿੱਚ ਫਸੇ ਹੋਏ ਹਨ। ਫਿਰ ਅੱਗੇ ਸਾਨੂੰ ਸਮਝਾਉਂਦੇ ਹਨ, ਜਗਤ ਕਾ ਰੰਗ ਸਭ ਮੈਲਾ ਧੁਲਾ ਲੈ ਮਨ ਇਹ ਕਹਿਣਾ। ਅੱਗੇ ਸਾਨੂੰ ਸਮਝਾਉਂਦੇ ਹਨ ਕਿ ਇਹ ਜਿਹੜਾ ਜਗਤ ਹੈ, ਇਹ ਜਿਹੜਾ ਸੰਸਾਰ ਹੈ, ਇਹ ਮੈਲਾ ਹੋਇਆ ਪਿਆ ਹੈ। ਇਹ ਦੇ ਜਿਹੜੇ ਰੰਗ ਹਨ ਇਹ ਸਭ ਫਿੱਕੇ ਹਨ, ਇਹ ਸਭ ਮੈਲੇ ਹਨ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਕਿ ਸਾਨੂੰ ਸਮਝਾਉਂਦੇ ਹਨ ਕਿ ਰਾਜਾ, ਇਹ ਤੁਹਾਡੀ ਧਨ ਦੌਲਤ, ਇਹ ਤੁਹਾਡੀ ਪ੍ਰਜਾ, ਇਹ ਸਾਡਾ ਸੰਸਾਰ ਜਿਹੜਾ ਹੈ ਇਹ ਸਭ ਮੈਲਾ ਹੈ, ਸਭ ਝੂਠ ਹੈ। ਇਸ ਦੇ ਵਿੱਚ ਉਹ ਅਹੰਕਾਰ, ਮਾਇਆ, ਲੋਭ ਦੀ ਮੈਲ ਲੱਗੀ ਹੋਈ ਹੈ। ਸਾਨੂੰ ਸਮਝਾਉਂਦੇ ਹਨ, ਮੂਲ ਪਲਤੀ ਕੱਪੜ ਹੋਏ ਲੈ ਸਾਬਣ ਨੂੰ ਧੋਏ। ਕਿ ਸਾਡਾ ਕੋਈ ਕੱਪੜਾ ਗੰਦਾ ਹੋ ਜਾਂਦਾ ਹੈ ਤਾਂ ਆਪਾਂ ਉਹਨੂੰ ਬੜੇ ਪਿਆਰ ਦੇ ਨਾਲ ਸਾਬਣ ਦੇ ਨਾਲ ਧੋ ਸਕਦੇ ਹਨ। ਲੇਕਿਨ ਇਹ ਜਿਹੜਾ ਮਨ ਦੀ ਮੈਲ ਹੈ ਇਹ ਕਿਵੇਂ ਧੋਊਗੀ? ਆਪਾਂ ਸਾਬਣ ਔਰ ਪਾਣੀ ਦੇ ਨਾਲ ਸਰੀਰ ਨੂੰ ਸਾਫ਼ ਕਰ ਸਕਦੇ ਹਾਂ ਭਾਰ ਤੋਂ, ਲੇਕਿਨ ਅੰਦਰ ਤੋਂ ਜਿਹੜੀ ਇਹ ਮੈਲ ਹੈ ਉਹ ਕਿਵੇਂ ਹੋਵੇਗੀ? ਫਿਰ ਸਾਨੂੰ ਸਮਝਾਉਂਦੇ ਹਨ, ਤੂੰ ਲਾ ਲੈ ਮਨ ਇਹ ਕਹਿਣਾ। ਕਿ ਸਾਨੂੰ ਜਦੋਂ ਪਰਮਾਤਮਾ ਦਾ ਨਾਮ ਧਿਆਨ ਆਪਾਂ ਕਰਾਂਗੇ ਫਿਰ ਸਾਨੂੰ ਉਹ ਪਰਮਾਤਮਾ ਉਹ ਮੈਲ ਨੂੰ ਤਾਰੇਗਾ। ਮਰੀਏ ਮਤ ਪਾਪਾ ਕੇ ਸੰਗ। ਇਹ ਜਿਹੜੇ ਮਨ ਦੇ ਉੱਤੇ ਸਾਡੀ ਪਰਤ ਲੱਗੀ ਹੋਈ ਹੈ, ਮੈਲ ਦੀ ਪਰਤ ਜਿਹੜੀ ਲੱਗੀ ਹੋਈ ਹੈ, ਇਹ ਸਾਨੂੰ ਉਸ ਪਰਮਾਤਮਾ ਨੂੰ ਦੇਖਣ ਨਹੀਂ ਦਿੰਦੀ। ਆਪਾਂ ਆਪਣੇ 5 ਮਿੰਟ ਦੇ ਟੇਸਟ ਦੇ ਵਿੱਚ, ਸਵਾਦ ਦੇ ਵਿੱਚ ਪਤਾ ਨਹੀਂ ਕੀ ਕਰਦੇ ਆ। ਕੋਈ ਕਿਸੇ ਦੀ ਜਾਨ ਸਵਾਦ ਵਾਸਤੇ ਲੈਂਦਾ ਹੈ, ਕੋਈ ਬੁਰੇ ਕਰਮ ਕਰਦਾ ਹੈ। ਆਪਾਂ ਸੋਚਦੇ ਹਾਂ ਕਿ ਇਹ 5 ਮਿੰਟ ਦੇ ਸਵਾਦ ਦੇ ਵਾਸਤੇ ਸਾਡੀ ਭੁੱਖ ਮਿਟ ਜੂਗੀ, ਨਹੀਂ ਮਿਟਣ ਲੱਗੀ। ਆਪਾਂ ਸਾਰੇ ਅੱਜ ਅਹੰਕਾਰ ਦੇ ਵਿੱਚ ਫਸੇ ਹੋਏ ਹਨ। ਆਪਾਂ ਸੋਚਦੇ ਹਾਂ ਇਹ ਜ਼ਿੰਦਗੀ ਜਿਹੜੀ ਹੈ ਇਹ ਇੱਕ ਦਿਨ ਦੇ ਵਿੱਚ ਬਦਲ ਜੂਗੀ, ਨਹੀਂ ਬਦਲਣ ਲੱਗੀ। ਦਿਸ ਲਾਈਫ ਇਜ਼ ਨਾਟ, ਲਾਈਫ ਇਜ਼ ਅ ਮੈਰਾਥਨ। ਇਹ ਜਿਹੜੀ ਜ਼ਿੰਦਗੀ ਹੈ ਇਹ ਲੰਬੀ ਦੌੜ ਹੈ, ਜਿਨ੍ਹਾਂ ਨੂੰ ਵੀ ਸਾਨੂੰ ਦਿੱਤੀ ਗਈ ਹੈ। 100-500 ਸਾਲ ਲਈ ਨਹੀਂ ਦਿੱਤੀ ਗਈ ਹੈ, ਲੇਕਿਨ ਜਿਹੜਾ ਵੀ ਕੁਝ ਸਾਡੇ ਕੋਲ ਦਿੱਤਾ ਗਿਆ ਹੈ, ਸਾਨੂੰ ਉਸ ਪਰਮਾਤਮਾ ਦੀ ਕਦਰ ਕਰਨੀ ਹੈ। ਸਾਨੂੰ ਉਸ ਲੈਵਲ ਦੇ ਉੱਤੇ ਜਾਣਾ ਹੈ ਕਿ ਆਪਾਂ ਉਸ ਪਰਮਾਤਮਾ ਨੂੰ ਕਰ ਸਕੀਏ। ਆਪਾਂ ਸੋਚਦੇ ਹਾਂ ਕਿ ਇੱਕ ਦਿਨ ਦੇ ਵਿੱਚ ਸਾਰਾ ਕੁਝ ਹੋ ਜਾਊਗਾ। ਤੁਸੀਂ ਦੇਖੋ, ਆਪਾਂ ਸਟੂਡੈਂਟ ਲਾਈਫ ਦੇ ਐਗਜ਼ਾਮਪਲ ਲਈਏ, ਆਪਾਂ ਕਿੰਨੇ ਸਾਲ ਆਪਾਂ ਨੇ ਇਨਵੈਸਟ ਕੀਤੇ ਪੜ੍ਹਾਈ ਦੇ ਵਿੱਚ। ਆਪਾਂ ਨੇ ਇੰਟਰਮੀਡੀਏਟ ਕੀਤੀ, ਗ੍ਰੈਜੂਏਸ਼ਨ ਕੀਤੀ, ਹੋਰ ਪੜ੍ਹਾਈਆਂ ਕਰਕੇ ਫਿਰ ਸਾਨੂੰ ਕਦੇ ਜਾ ਕੇ ਨੌਕਰੀ ਮਿਲਦੀ ਹੈ। ਇਹ ਤਾਂ ਨਹੀਂ ਹੁੰਦਾ ਕਿ ਆਪਾਂ ਨੇ ਇੱਕ ਕਲਾਸ ਦੇ ਵਿੱਚ ਪੜ੍ਹੇ ਤੇ ਸਾਨੂੰ ਨੌਕਰੀ ਮਿਲ ਗਈ। ਤਾਂ ਭਰਾਵਾ, ਜੇ ਪੜ੍ਹਾਈ ਦੇ ਵਿੱਚ ਸਾਨੂੰ ਕਰਕੇ ਪੜ੍ਹਾਈ ਕਰਾਂਗੇ, ਚੰਗੇ ਮਾਰਕਸ ਲਾਵਾਂਗੇ, ਫਿਰ ਸਾਨੂੰ ਨੌਕਰੀ ਮਿਲਦੀ ਹੈ। ਉਹੀ ਪਰਮਾਰਥ ਦਾ ਰਸਤਾ ਹੈ। ਪਰਮਾਤਮਾ ਨੇ ਸਾਨੂੰ ਨਾਮ ਦਿੱਤਾ ਹੈ। ਨਾਮ ਲੈ ਕੇ ਸਤਸੰਗ ਦੇ ਵਿੱਚ ਆ ਕੇ ਨਹੀਂ ਕੁਝ ਹੋਣ ਲੱਗਾ। ਜਦ ਤੱਕ ਆਪਾਂ ਭਜਨ ਸਿਮਰਨ ਨਹੀਂ ਕਰਾਂਗੇ, ਉਸ ਨਾਮ ਦੀ ਕਮਾਈ ਨਹੀਂ ਕਰਾਂਗੇ, ਉਹ ਐਜੂਕੇਸ਼ਨ, ਉਹ ਸੈਲਫ ਸਟੱਡੀ ਨਹੀਂ ਕਰਾਂਗੇ, ਤਦ ਤੱਕ ਉਹ ਪਰਮਾਤਮਾ ਸਾਨੂੰ ਨਹੀਂ ਮਿਲਣ ਲੱਗਾ। ਫਿਰ ਸਾਨੂੰ ਅੱਗੇ ਸਮਝਾਉਂਦੇ ਹਨ, ਭੋਗ ਸੰਸਾਰ ਕੋਈ ਦਿਨ ਕੇ ਸਹਿਜ ਮੈਂ ਤਿਆਗ ਤੇ ਚੱਲਣਾ। ਕਿ ਇਹ ਜਿਹੜਾ ਕੁਝ ਤੁਹਾਡੇ ਸਾਹਮਣੇ ਹੈ ਨਾ, ਇਹ ਐਫੀਮੈਰਲ ਹੈ, ਇਹ ਪਰਮਾਨੈਂਟ ਨਹੀਂ ਹੈ। ਤੁਸੀਂ ਸੋਚ ਰਹੇ ਹੋ ਕਿ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਸਦਾ ਰਹੂਗਾ, ਸਦਾ ਨਹੀਂ ਰਹਿ ਸਕਦਾ। ਨਾ ਕੁਝ ਸਦਾ ਰਿਹਾ ਹੈ, ਨਾ ਕੁਝ ਸਦਾ ਰਹੂਗਾ। ਸਾਰਾ ਕੁਝ ਜਿਹੜਾ ਹੈ ਐਫੀਮੈਰਲ ਹੈ, ਕੁਝ ਪਲ ਦਾ ਹੈ, क्षणभंगुर है, कुछ दिनों ਦੇ ਵਿੱਚ ਫਨਾ ਹੋ ਜਾਣਾ ਹੈ। ਸਭ ਕੁਝ ਤਿਆਗਤਾ ਰਹਿ ਜਾਊਗਾ। ਫਿਰ ਅੱਗੇ ਸਮਝਾਉਂਦੇ ਹਨ, शरण सतगुरु गहो दृढ़ कर करो ये काज पिल रहना। ਸਾਨੂੰ ਸਮਝਾਉਂਦੇ ਹਨ ਕਿ ਜਦ ਆਪਾਂ ਉਹ ਸਤਿਗੁਰ ਦੀ ਸ਼ਰਨ ਦੇ ਵਿੱਚ ਆਵਾਂਗੇ, ਉਸ ਤੇ ਅੱਗੇ ਉਹ ਸਮਰਪਣ ਕਰਾਂਗੇ, ਫਿਰ ਸਾਡਾ ਉਹ ਕੁਝ ਬਣੂਗਾ। ਉਹ ਸਮਰਪਣ ਕਿਹੜਾ ਹੈ? ਹੁਣ ਆਪਾਂ ਸੋਚਦੇ ਹਾਂ ਕਿ ਜੇ ਆਪਾਂ ਇੱਥੇ ਆ ਗਏ ਸਮਰਪਣ ਹੋ ਗਿਆ। ਉਹ ਭਰਾਵਾ, ਸਮਰਪਣ ਇਹ ਨਹੀਂ ਹੁੰਦਾ। ਸਮਰਪਣ ਹੁੰਦਾ ਹੈ ਜਦ ਆਪਾਂ ਆਪਣੇ ਆਪ ਦੀ ਹਸਤੀ ਨੂੰ ਭੁਲਾ ਕੇ ਉਸ ਮਾਲਕ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਨ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਕਿ ਜੋ ਵੀ ਤੂੰ ਮੇਰੇ ਲਈ ਕਰ ਰਿਹਾ ਹੈ ਉਹੀ ਮੇਰੇ ਲਈ ਸਭ ਕੁਝ ਚੰਗਾ ਹੈ। ਉਹ ਸਮਰਪਣ ਹੁੰਦਾ ਹੈ। ਪਰਮਾਤਮਾ ਸਾਡੇ ਤੋਂ ਕੀ ਮੰਗਦਾ ਹੈ? ਉਹ ਸਾਡੇ ਤੋਂ ਉਹ ਪਿਆਰ ਮੰਗਦਾ ਹੈ, ਉਹ ਭਗਤੀ ਮੰਗਦਾ ਹੈ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਹੁਣ ਤੇ ਮੈਂ ਪੂਰੀ ਰਾਂਝਾ, ਮੈਨੂੰ ਹੀਰ ਨਾ ਆਖੋ ਕੋਈ। ਉਹਨਾਂ ਨੇ ਕਿਹਾ ਕਿ ਰਾਂਝਾ ਰਾਂਝਾ ਕਰਦੀ ਕਿ ਮੈਂ ਹੁਣ ਆਪੇ ਰਾਂਝਾ ਬਣ ਗਈ ਹਾਂ। ਹੁਣ ਮੈਂ ਆਪਣੀ ਹਸਤੀ ਨੂੰ ਭੁਲਾ ਕੇ ਬਹਿ ਗਈ ਹਾਂ। ਹੁਣ ਆਪਾਂ ਇੱਕ ਹੋ ਗਏ ਹਨ। ਹੁਣ ਮੈਨੂੰ ਰਾਂਝਾ ਕਹਿਣ ਦੀ ਲੋੜ, ਹੁਣ ਮੈਨੂੰ ਹੀਰ ਕਹਿਣ ਦੀ ਲੋੜ ਨਹੀਂ ਹੈ। ਹੁਣ ਤਾਂ ਮੈਂ ਰਾਂਝਾ ਬਣ ਗਈ ਹਾਂ। ਇਹ ਹੁੰਦੀ ਹੈ
ਉਹ ਸ਼ਿੱਦਤ, ਉਹ ਪਿਆਰ, ਉਹ ਸੈਕਰੀਫਾਈਸ, ਉਹ ਤੁਸੀਂ ਕਹਿ ਦਿੰਦੇ ਹੋ ਸ਼ਰਨ ਵਿੱਚ ਆ ਗਏ। ਜਦ ਸ਼ਰਨ ਵਿੱਚ ਆ ਗਏ ਫਿਰ ਸਵਾਲ ਨਹੀਂ ਉੱਠਦੇ, ਫਿਰ ਉਹ ਪਰਮਾਤਮਾ ਦੇ ਸਮਰਪਣ ਵਿੱਚ ਆਪਾਂ ਆ ਜਾਂਦੇ ਹਨ। ਜੋ ਵੀ ਉਹ ਕਰ ਰਿਹਾ ਹੈ ਉਹਦੀ ਮੌਜ ਹੈ, ਉਹ ਹੁੰਦੀ ਹੈ ਸ਼ਰਨ, ਉਹ ਹੁੰਦਾ ਹੈ ਸਮਰਪਣ। ਆਪਾਂ ਅੱਜ ਕਰਦੇ ਹਾਂ, ਆਪਾਂ ਨਹੀਂ ਕਰਦੇ। ਫਿਰ ਗੱਲ ਆਉਂਦੀ ਹੈ ਉਸ ਵਿਰਹ ਦੀ। ਵਿਰਹ ਨੂੰ ਉਹਨਾਂ ਨੇ ਸਾਨੂੰ ਸਮਝਾਇਆ ਚੌਥੀ ਪਾਤਸ਼ਾਹੀ ਨੂੰ। ਜਦ ਵਿਆਹ ਦਾ ਨੋਤਾ ਆਇਆ, ਤੁਸੀਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੋਈ ਸੀ, ਤੁਸੀਂ ਉੱਥੇ ਲੱਗੇ ਸੀ, ਵਿਆਹ ਦਾ ਨੋਤਾ ਸੀ, ਮਨਾ ਨਹੀਂ ਕਰਨਾ ਸੀ। ਕੀ ਕੀਤਾ? ਆਪਣੇ ਛੋਟੇ ਪੁੱਤਰ ਨੂੰ, ਜਿਨ੍ਹਾਂ ਨੂੰ ਆਪਾਂ ਗੁਰੂ ਅਰਜਨ ਦੇਵ ਜੀ ਦੇ ਨਾਂ ਦੇ ਨਾਲ ਜਾਣਦੇ ਆ, ਉਹਨਾਂ ਨੂੰ ਭੇਜ ਦਿੱਤਾ। ਉਹ ਜਦ ਗਏ, ਉਹਨਾਂ ਨੂੰ ਕਿਹਾ ਕਿ ਦੇਖੋ, ਜਦ ਤੱਕ ਮੈਂ ਤੁਹਾਨੂੰ ਸੁਨੇਹਾ ਨਾ ਦੇਵਾਂ, ਤੁਹਾਨੂੰ ਬੁਲਾਵਾਂ ਨਾ, ਵਾਪਸ ਨਹੀਂ ਆਉਣਾ। ਆਪਣੇ ਗੁਰੂ ਦਾ ਹੁਕਮ ਮੰਨ ਕੇ ਉਹ ਵਿਆਹ ਦੇ ਵਿੱਚ ਚਲੇ ਗਏ। ਉੱਥੇ ਜਦ ਗਏ, ਉਹਨਾਂ ਦਾ ਦਿਲ ਨਹੀਂ ਲੱਗਿਆ। ਗੁਰੂ ਦੀ ਯਾਦ ਆਈ, ਕੀ ਕੀਤਾ? ਇੱਕ ਪੱਤਰ ਲਿਖਾ, ਜਵਾਬ ਨਹੀਂ ਆਇਆ। ਦੂਸਰਾ ਪੱਤਰ ਲਿਖਾ, ਜਵਾਬ ਨਹੀਂ ਆਇਆ। ਤੀਸਰਾ ਪੱਤਰ ਲਿਖਾ, ਜਵਾਬ ਨਹੀਂ ਆਇਆ। ਪਹਿਲੇ ਪੱਤਰ ਦੇ ਵਿੱਚ ਲਿਖਿਆ ਸੀ, ਮੇਰਾ ਮਨ ਲੋਚੇ ਗੁਰੂ ਦਰਸ਼ਨ ਪਾਈ। ਫਿਰ ਚੌਥੇ ਪੱਤਰ ਦੇ ਵਿੱਚ ਕੀ ਹੋਇਆ? ਚੌਥੀ ਪਾਤਸ਼ਾਹੀ ਨੇ ਉਹਨਾਂ ਨੂੰ ਸੱਦ ਲਿਆ। ਉਹ ਜਦ ਵਾਪਸ ਗਏ, ਜਦ ਉਹਨਾਂ ਦਾ ਮਿਲਨ ਆਪਣੇ ਗੁਰੂ ਦੇ ਨਾਲ ਹੋਇਆ, ਕੀ ਕਿਹਾ? ਭਾਗ ਹੁਆ ਗੁਰੂ ਸੰਤ ਮਿਲਾਇਆ। ਅੱਖਾਂ ਦੇ ਵਿੱਚ ਆਂਸੂ ਆ ਗਏ ਕਿ ਉਹ ਜਿਹੜੀ ਵਿਰਹ ਸੀ, ਤੁਹਾਡੇ ਤੋਂ ਦੂਰ ਰਹਿ ਕੇ ਮੈਨੂੰ ਉਸ ਦੀ ਅਹਿਸਾਸ ਹੋਇਆ। ਫਿਰ ਉਹਨਾਂ ਨੇ ਸ਼ਬਦ ਲਿਖਾ, ਭਾਗ ਹੁਆ ਗੁਰੂ ਸੰਤ ਮਿਲਾਇਆ। ਉਹ ਹੁੰਦੀ ਹੈ ਸੱਚੀ ਵਿਰਹ, ਉਹ ਹੁੰਦੀ ਹੈ ਸੱਚੀ ਤੜਪ, ਕਿ ਜਦ ਆਪਾਂ ਉਸ ਪਰਮਾਤਮਾ ਦੀ, ਉਸ ਗੁਰੂ ਦੀ ਤੜਪ ਦੇ ਵਿੱਚ ਸਾਡੀਆਂ ਅੱਖਾਂ ਦੇ ਵਿੱਚ ਉਹ ਅੰਜੂ ਪੈਂਦੇ ਨੇ, ਆਪਾਂ ਉਸ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਕਿ ਆਪਾਂ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਜੀ ਦੇ ਵਿੱਚ ਜਾਨ ਚਲੀ ਗਈ ਹਨ। ਉਸ ਪਰਮਾਤਮਾ ਦੀ ਯਾਦ ਸਾਡੇ ਕੋਲ ਆ ਜਾਂਦੀ ਹੈ ਕਿ ਉਹ ਪਰਮਾਤਮਾ, ਤੂੰ ਹੀ ਉਹ ਹੈ ਮੈਂ ਨਾਹੀ ਵੇ ਸਜਣਾ, ਤੂੰ ਹੀ ਉਹ ਹੈ ਮੈਂ ਨਾਹੀ। ਜਦੋਂ ਹਸਤੀ ਸਾਡੀ ਬਣ ਜਾਂਦੀ ਹੈ ਕਿ ਫਿਰ ਸਾਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ, ਸਾਡੀ ਅੱਖਾਂ ਦੇ ਵਿੱਚ ਆਂਸੂ ਬਹਿ ਰਹੇ ਹੁੰਦੇ ਹਨ, ਲੋਕ ਕਿ ਸਾਨੂੰ ਪਾਗਲ ਕਹਿਣਾ ਸ਼ੁਰੂ ਕਰ ਦਿੰਦੇ ਹਨ, ਲੇਕਿਨ ਆਪਾਂ ਉਸ ਵਿਰਹ ਦੇ ਵਿੱਚ ਆ ਕੇ, ਉਸ ਅਟੈਚਮੈਂਟ ਦੇ ਵਿੱਚ ਆ ਕੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅੱਗੇ ਸਰੈਂਡਰ ਕਰ ਦਿੰਦੇ ਹਨ। ਉਹ ਹੁੰਦਾ ਹੈ ਸੱਚਾ ਸਮਰਪਣ, ਉਹ ਹੁੰਦਾ ਹੈ ਸੱਚਾ ਪਿਆਰ। ਪਰ ਇਹ ਚੀਜ਼ਾਂ ਜਿਹੜੀਆਂ ਹਨ, ਗੱਲਾਂ ਦੇ ਨਾਲ ਨਹੀਂ ਹੋ ਸਕਦੀ। ਆਪਾਂ ਵਡਿਆਈ ਕਰਦੇ ਰਹੀਏ ਮੂੰਹ ਤੋਂ, ਨਹੀਂ ਹੋਣ ਲੱਗੀ ਭਰਾਵਾ, ਨਹੀਂ ਹੋਣ ਲੱਗੀ। ਜਦ ਤੱਕ ਆਪਾਂ ਉਸ ਚੀਜ਼ ਨੂੰ ਆਪਣੇ ਮਨ ਦੇ ਵਿੱਚ ਨਹੀਂ ਬਿਠਾਵਾਂਗੇ, ਉਸ ਚੀਜ਼ ਨੂੰ ਉਸ ਪ੍ਰੈਕਟੀਕਲ ਦੇ ਵਿੱਚ ਨਹੀਂ ਲੈ ਕੇ ਜਾਵਾਂਗੇ, ਨਹੀਂ ਹੋਣ ਲੱਗੀ। ਆਪਾਂ ਸੋਚਦੇ ਹਨ ਕਿ ਆਪਾਂ ਸਾਰਾ ਕੁਝ ਜਿਹੜਾ ਕੁਝ ਹੈ ਉਹ ਕੰਟਰੋਲ ਕਰ ਲਿਆਂਗੇ, ਨਹੀਂ ਕੰਟਰੋਲ ਕਰ ਸਕਦੇ। ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ। ਹਜ਼ੂਰ ਜੀ ਨੇ ਸਮਝਾਇਆ ਕਿ ਦੇਖੋ, ਸਾਡੇ ਸਾਹਮਣੇ ਇੰਨੇ ਕਿਸਾਨ ਭਾਈ ਬੈਠੇ ਹਨ ਜਿਹੜੇ ਕਿ ਖੇਤੀਬਾੜੀ ਕਰਦੇ ਹਨ। ਉਹਨਾਂ ਦਾ ਕੰਮ ਹੈ ਬੀਜ ਬੋਣਾ, ਖੇਤੀ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੈ। ਉਹ ਨਹੀਂ ਜਾਣਦੇ ਉਹਨਾਂ ਦੀ ਫਸਲ ਕਿਵੇਂ ਹੋਊਗੀ, ਲੇਕਿਨ ਫਿਰ ਵੀ ਉਹ ਭਰੋਸੇ ਦੇ ਨਾਲ ਆਪਣਾ ਬੀਜ ਬੋਂਦੇ ਹਨ, ਆਪਣੀ ਮਿਹਨਤ ਕਰਦੇ ਹਨ। ਤਾਂ ਸਾਡੇ ਹੱਥ ਦੇ ਵਿੱਚ ਐਕਸ਼ਨ ਹਨ। Only action is in our hand, not result. Do not desire for result as per our expectations. We can only perform actions. ਆਪਾਂ ਸਿਰਫ ਐਕਸ਼ਨ ਕਰ ਸਕਦੇ ਹਾਂ, ਆਪਾਂ ਕਦਮ ਚੁੱਕ ਸਕਦੇ ਹਾਂ। ਕਦਮ ਨੂੰ ਚੁੱਕ ਕੇ ਆਪਾਂ ਉਸ ਪਰਮਾਤਮਾ ਦਾ ਭਾਣਾ ਬਣ ਕੇ ਚੱਲ ਸਕਦੇ ਹਾਂ। ਲੇਕਿਨ ਕਰਮ ਤਾਂ ਸਾਡੇ ਹੱਥ ਦੇ ਵਿੱਚ ਹੈ ਭਰਾਵਾ। ਜੋ ਵੀ ਕਦਮ ਆਪਾਂ ਲੈ ਰਹੇ ਹਾਂ, ਸਾਨੂੰ ਪਤਾ ਹੈ ਕਿ ਇਹ ਚੰਗਾ ਹੈ ਕਿ ਬੁਰਾ ਹੈ। ਇਹਦਾ ਰਿਜ਼ਲਟ ਕੀ ਆਊਗਾ, ਉਸ ਪਰਮਾਤਮਾ ਦਾ ਭਾਣਾ ਹੈ, ਆਪਾਂ ਨੇ ਉਹਦੇ ਵਿੱਚ ਕਰਨਾ ਹੈ। ਉਹਨਾਂ ਨੇ ਐਗਜ਼ਾਮਪਲ ਲਿੱਤਾ, ਕੀ ਕੰਟਰੋਲ ਕਰ ਸਕਦੇ ਹਾਂ? ਇੰਨੇ ਟੈਕਸ ਸਾਡੇ ਕੋਲ ਆਏ, ਇੰਨਾ ਰਿਫਾਰਮ ਸਾਡੇ ਕੋਲ ਆਏ, ਕਿ ਆਪਾਂ ਕੰਟਰੋਲ ਕਰ ਸਕੇ? ਨਹੀਂ ਕੰਟਰੋਲ ਕਰ ਸਕਦੇ, ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਕੁਝ ਕੰਟਰੋਲ ਨਹੀਂ ਕਰ ਸਕਦੇ। ਦੇਵੀ ਦੇਵਤਾ, ਫਿਰ ਉਹਨਾਂ ਨੇ ਸਾਨੂੰ ਸਮਝਾਇਆ ਕਿ ਦੇਵੀ ਦੇਵਤਾ ਵੀ ਜਿਹੜਾ ਇਸ ਸਰੀਰ ਸਾਡਾ ਹੈ, ਇਸ ਨੂੰ ਪਾਉਣ ਵਾਸਤੇ ਤਰਸਦੇ ਨੇ। ਉਹ ਵੀ ਚਾਹੁੰਦੇ ਨੇ ਕਿ ਸਾਨੂੰ ਇਹ ਸਰੀਰ ਮਿਲੇ ਕਿ ਆਪਾਂ ਉਸ ਪਰਮਾਤਮਾ ਦੀ ਭਗਤੀ ਕਰਕੇ ਇਸ ਜੂਨੀ ਤੋਂ ਪਾਰ ਆ ਸਕੀਏ, ਕਿਉਂਕਿ ਇਹ ਵੀ ਇੱਕ ਜੋਨੀ ਹੈ। ਆਪਾਂ ਮੰਗਦੇ ਬਣੇ ਬੈਠੇ ਹਾਂ, ਆਪਾਂ ਉਸ ਪਰਮਾਤਮਾ ਦਾ ਧਿਆਨ ਨਹੀਂ ਕਰਦੇ। ਅੱਗੇ ਸਾਨੂੰ ਸਮਝਾਉਂਦੇ ਹਨ, ਸੂਰਤ ਮਨ ਧਾਮ ਅਬ ਘਟ ਮੇ ਪਾ ਕਰ ਧੁਨ ਧਿਆਨ ਘਰ ਗਗਨਾ, ਕਿ ਆਪਾਂ ਨੇ ਹੁਣ ਕੀ ਕਰਨਾ ਹੈ? ਆਪਾਂ ਨੇ ਉਸ ਪਰਮਾਤਮਾ ਦਾ ਸੂਰਤ ਸ਼ਬਦ ਯੋਗ ਜਿਹੜਾ ਸਾਨੂੰ ਦਿੱਤਾ ਗਿਆ ਹੈ, ਉਹ ਨਾਮ ਸਾਨੂੰ ਦਿੱਤਾ ਗਿਆ, ਉਸ ਆਪਣੇ ਘਟ ਮੇ ਉਹਨਾਂ ਨੂੰ ਬਿਠਾਣਾ ਹੈ, ਉਸ ਧੁਨ ਨੂੰ ਪਾ ਕੇ ਆਪਣੇ ਧਿਆਨ ਨੂੰ ਉਸ ਗਗਨ ਦੇ ਵਿੱਚ ਕਰਨਾ ਹੈ। ਉਹ ਗਗਨ ਕਿਹੜਾ ਹੈ? ਉਹ ਗਗਨ ਹੈ ਉਹ ਪਰਮਾਤਮਾ ਦਾ, ਜਿੱਥੇ ਉਹ ਪਰਮਾਤਮਾ ਨਿਵਾਸ ਕਰਦਾ ਹੈ, ਜਿੱਥੇ ਉਹ ਐਸਟੈਬਲਿਸ਼ਮੈਂਟ ਉਹਦੀ ਹੈ, ਉੱਥੇ ਉਸ ਗਗਨਾਂ ਦੇ ਵਿੱਚ ਆਪੇ ਜਾਣਾ ਹੈ। ਅੱਗੇ ਸਾਨੂੰ ਸਮਝਾਉਂਦੇ ਹਨ,
फसे तुम जाल में भारी बिना इस जुगती नहीं खुलना। कि ਇਹ ਜਿਹੜਾ ਜਾਲ ਹੈ, ਜਿਹੜਾ 84 ਦਾ ਜੇਲ੍ਹ ਖਾਨਾ ਹੈ, ਜਿਹੜਾ ਦੁਨਿਆਵੀ ਮੇਲਾ ਤੁਹਾਡੇ ਅੱਗੇ ਸਾਹਮਣੇ ਲੱਗਿਆ ਹੋਇਆ ਹੈ, ਇਹ ਇੱਕ ਦਿਨ ਫਨਾ ਹੋ ਜਾਣਾ ਹੈ। ਆਪਾਂ ਇਸ ਦੇ ਵਿੱਚ ਆ ਕੇ ਫਸ ਗਏ ਹਨ। ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਨੂੰ ਜੇ ਆਪਾਂ ਮੇਲੇ ਦੇ ਵਿੱਚ ਲੈ ਜਾਂਦੇ ਹਨ, ਜਦ ਤੱਕ ਉਹਨਾਂ ਨੇ ਆਪਣੇ ਬਾਪ ਦੀ ਉਂਗਲੀ ਫੜੀ ਹੋਈ ਹੈ ਤਦ ਤੱਕ ਹੀ ਉਹਨਾਂ ਨੂੰ ਉਸ ਮੇਲੇ ਦਾ ਸਵਾਦ ਆ ਸਕਦਾ ਹੈ। ਜਦੋਂ ਉਂਗਲੀ ਛੱਡ ਜਾਂਦੀ ਹੈ ਉਹੀ ਸਾਜੋ ਸਮਾਨ ਉੱਥੇ ਵੀ ਰਹਿੰਦਾ ਹੈ, ਲੇਕਿਨ ਬੱਚੇ ਦਾ ਦਿਲ ਨਹੀਂ ਲੱਗਦਾ। ਆਪਾਂ ਦੀ ਵੀ ਉਹੀ ਅਵਸਥਾ ਹੈਗੀ ਆ ਭਰਾਵਾ। ਇੱਥੇ ਆਪਾਂ ਉਸ ਬਾਪ ਦੀ ਉਂਗਲ ਛੱਡ ਕੇ ਇੱਥੇ ਆਏ ਹੋਏ ਹਨ। ਆਪਾਂ ਇਸ ਜਾਲ ਦੇ ਵਿੱਚ ਫਸ ਗਏ ਹਨ। ਉਹ ਜੁਗਤੀ ਨੂੰ ਸਮਝ ਕੇ ਆਪਾਂ ਨੇ ਅੱਗੇ ਚੱਲਣਾ ਹੈ। ਉਹ ਜੁਗਤੀ ਆਪਾਂ ਅਪਣਾਵਾਂਗੇ ਤਾਂ ਫਿਰ ਆਪੇ ਅੱਗੇ ਜਾਵਾਂਗੇ। ਫਿਰ ਉਹਨਾਂ ਨੇ ਸਾਨੂੰ ਸਮਝਾਇਆ ਕਿ ਇੱਥੇ ਉਹ ਚਿਤ ਸਾਨੂੰ ਕਰਨਾ ਹੈ। ਗੁਰੂ ਅਬ ਦਇਆ ਕਰ ਕਹਤੇ ਮਾਨ ਯਹ ਬਾਤ ਚਿਤ ਧਰਨਾ। ਕਿ ਉਹ ਚਿਤ ਕਿੱਥੇ ਹੈ? ਉਹ ਤੀਸਰਾ ਤਿਲ ਇੱਥੇ ਸਾਨੂੰ ਉਹ ਧਿਆਨ ਇਕੱਠਾ ਕਰਕੇ ਸਾਨੂੰ ਇੱਥੇ ਉਸ ਪਰਮਾਤਮਾ ਦਾ ਧਿਆਨ ਕਰਨਾ ਹੈ। 9 ਦਰਵਾਜੇ ਧਾਵਤ ਰਹਾਏ 10ਵੇਂ ਨਿਜਗਰ ਵਾਸਾ ਪਾਏ। ਉੱਥੇ ਸ਼ਬਦ ਬਜੇ ਦਿਨ ਰਾਤੀ ਗੁਰਮਤਿ ਸ਼ਬਦ ਸੁਣਾਵਣਿਆ। ਉੱਥੇ ਸ਼ਬਦ ਇੱਥੇ ਤੀਸਰੇ ਤਿਲ ਦੇ ਵਿੱਚ ਚਰਨ ਸਿੰਘ ਮਹਾਰਾਜ ਜੀ ਸਾਨੂੰ ਸਮਝਾਉਂਦੇ ਹੁੰਦੇ ਸੀ, ਇਫ ਦਾ ਆਈ ਬੀ ਸਿੰਗਲ ਦਾ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਕਿ ਅਗਰ ਆਪਾਂ ਉਸ ਇੱਕ ਅੱਖ ਵਾਲੇ ਬਣ ਜਾਵਾਂਗੇ, ਸਾਡਾ ਸਰੀਰ ਉਸ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਇੱਥੇ ਉਹ ਪਰਮਾਤਮਾ ਦਾ ਸੱਚਖੰਡ ਹੈ। ਇੱਥੇ ਉਹ ਸਾਡਾ ਧਾਮ ਹੈ, ਜਿੱਥੇ ਆਪਾਂ ਨੇ ਸ਼ਬਦ ਦੀ ਕਮਾਈ ਕਰਕੇ, ਸੁਰਤ ਦੀ ਕਮਾਈ ਕਰਕੇ ਸਾਡੀ ਸੁਰਤ ਅੰਦਰ ਜਾਊਗੀ। ਧਿਆਨ ਸਾਡਾ ਜਿਹੜਾ ਹੈ ਉਹ ਉੱਪਰ ਵੱਲ ਉੱਠੂਗਾ। ਆਪਾਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ। ਉਸ ਦੁਐਤ ਤੋਂ ਆਪਾਂ ਪਾਰ ਆਵਾਂਗੇ। ਫਿਰ ਉਹ ਪਰਮਾਤਮਾ ਸਾਨੂੰ ਮਿਲੇਗਾ। ਫਿਰ ਸਾਨੂੰ ਸਮਝਾਉਂਦੇ ਹਨ, ਪਟਕ ਮੇ ਕਿਉਂ ਉਮਰ ਖੋਤੇ ਕਹੀਂ ਨਹੀਂ ਠੀਕ ਤੁਮ ਲਗਨਾ। ਕਿ ਜੇ ਆਪਾਂ ਸੋਚ ਰਹੇ ਹਨ ਕਿ ਆਪਾਂ ਇੱਥੇ ਜ਼ਿੰਦਗੀ ਸਵਾਰ ਲਿਆਂਗੇ, ਇੱਥੇ ਦੀ ਜ਼ਿੰਦਗੀ ਨਹੀਂ ਸਵਾਰ ਸਕਦੀ। ਇਹਨੇ ਮਹਾਪੁਰਸ਼ ਇਸ ਧਰਤੀ ਦੇ ਵਿੱਚ ਆਏ ਕਿ ਉਹਨਾਂ ਨੇ ਦੁਨੀਆ ਨੂੰ ਠੀਕ ਕਰ ਦਿੱਤਾ। ਉਹ ਭਰਾਵਾ, ਉਹ ਇੱਥੇ ਦੁਨੀਆ ਨੂੰ ਠੀਕ ਕਰਨ ਨਹੀਂ ਆਉਂਦੇ, ਉਹ ਸਾਨੂੰ ਇਸ ਦੁਨੀਆ ਤੋਂ ਕੱਢਣ ਵਾਸਤੇ ਆਉਂਦੇ ਹਨ। ਨਹੀਂ ਤਾਂ ਦੁਨੀਆ ਕੱਤੀ ਸਵਰਗ ਬਣ ਜਾਣੀ ਸੀ। ਇੰਨੇ ਪੀਰ ਪਾਤਸ਼ਾਹ ਇੱਥੇ ਆ ਕੇ ਚਲੇ ਗਏ ਹਨ। ਆਪਣੀ ਉਮਰ ਖੋਣ ਦੀ ਲੋੜ ਨਹੀਂ ਹੈ। ਸਾਨੂੰ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਸੁਪੁਰਦ ਕਰਕੇ ਅੱਗੇ ਵਧਣਾ ਹੈ। ਆਪਾਂ ਨੇ ਉਸ ਅਨਾਮੀ ਨੂੰ ਯਾਦ ਕਰਨਾ ਹੈ। 10ਵੀਂ ਪਾਤਸ਼ਾਹੀ ਜਦ 1100 ਨਾਮ ਲਿਖ ਕੇ ਥੱਕ ਗਏ, ਉਹਨਾਂ ਨੇ ਕੀ ਕਿਹਾ? ਅਨਾਮੀ। ਕਿ ਬਲਿਹਾਰੀ ਜਾਊਂ ਜਿੱਤੇ ਤੇਰੇ ਨਾਮ ਹੈ। ਕਿ ਮੈਂ ਤਾਂ ਬਲਿਹਾਰੀ ਜਾਂਦਾ ਹਾਂ ਜਿੰਨੇ ਵੀ ਤੇਰੇ ਨਾਮ ਹਨ। ਆਖਰੀ ਵਿੱਚ ਉਹਨਾਂ ਨੇ ਅਨਾਮੀ ਕਹਿ ਕੇ ਬਿਆਨ ਕਰ ਦਿੱਤਾ ਕਿ ਜਿਹਦਾ ਕੋਈ ਨਾਂ ਨਹੀਂ ਹੈ। ਉਹ ਅਨਾਮੀ ਦੇ ਕੋਲ ਸਾਨੂੰ ਜਾਣਾ ਹੈ। ਸਾਡੀ ਹਸਤੀ ਉਹ ਬੂੰਦ ਵਰਗੀ ਹੈ। ਉਹ ਸਮੁੰਦਰ ਤੇ ਉੱਤੇ ਸਾਨੂੰ ਜਾਣਾ। ਜਿਵੇਂ ਤੁਸੀਂ ਦੇਖੋ, ਬੂੰਦ ਦੀ ਕੋਈ ਹਸਤੀ ਨਹੀਂ ਹੋ ਸਕਦੀ। ਜਦ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਤਾਂ ਸਮੁੰਦਰ ਬਣ ਜਾਂਦੀ ਹੈ। ਉਹੀ ਕਿਰਨ ਦਾ ਹਾਲ ਹੈ। ਕਿਰਨ ਜਦ ਸੂਰਜ ਵਿੱਚ ਮਿਲ ਜਾਂਦੀ ਹੈ, ਸੂਰਜ ਬਣ ਜਾਂਦੀ ਹੈ। ਉਹੀ ਆਤਮਾ ਹੈ। ਜਦ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ, ਪਰਮਾਤਮਾ ਬਣ ਜਾਂਦੀ ਹੈ। ਉਹ ਸਾਡੀ ਅਵਸਥਾ ਹੈ। ਹੁਣ ਇਹ ਸਾਰਾ ਕੁਝ ਹੋਵੇਗਾ ਕਿਵੇਂ? ਇਹ ਹੋਵੇਗਾ ਉਸ ਮਿਹਨਤ ਦੇ ਨਾਲ। ਇਹ ਹੋਵੇਗਾ ਉਸ ਭਜਨ ਸਿਮਰਨ ਦੇ ਨਾਲ। ਅੱਗੇ ਸਾਨੂੰ ਸਮਝਾਉਂਦੇ ਹਨ, ਲੋਕ ਚੌਥੇ ਚਲੋ ਸੱਜ ਕੇ ਗਹੋ ਵਹਾਂ ਜਾਏ ਧੁਨ ਬਿਨਾ। ਕਿ ਉਸ ਲੋਕ ਚੌਥੇ ਜੇ ਤੁਸੀਂ ਜਾਣਾ ਹੈ, ਸਜਣਾ ਹੈ। ਉਹ ਸਜਣਾ ਕਿਵੇਂ ਹੈ? ਉਹ ਪਰਮਾਤਮਾ ਦਾ ਨਾਮ ਲੈ ਕੇ ਆਪਾਂ ਨੇ ਉਸ ਧੁਨ ਨੂੰ ਪਕੜਦੇ ਹੋਏ ਉਸ ਪਰਮਾਤਮਾ ਦੇ ਚੌਥੇ ਲੋਕ ਦੇ ਵਿੱਚ ਜਾਣਾ ਹੈ। ਅਲਖ ਔਰ ਅਗਮ ਕੇ ਪਾਰਾ ਅਜਬ ਇੱਕ ਮਹਿਲ ਦਿਖਲਾਨਾ। ਕਿ ਅਲਖ ਔਰ ਅਗਮ ਕੇ ਪਾਰ ਜਦ ਆਪਾਂ ਪਹੁੰਚਾਂਗੇ, ਇੱਕ ਮਹਿਲ ਸਾਨੂੰ ਦਿਖੂਗਾ। ਉੱਥੇ ਉਹ ਪਰਮਾਤਮਾ ਨਿਵਾਸ ਕਰਦਾ ਹੈ। ਵਹੀ ਰਾਧਾ स्वामी से मिलना हुआ मन आज अति मगना। ਕਿ ਜਦ ਇਹ ਰੂਹ ਜਿਹੜੀ ਧੁਲਨ ਦਾ ਕੰਮ ਕਰਕੇ ਅੱਗੇ ਵਧੇਗੀ, ਉਸ ਨਾਮ ਨੂੰ ਸਿਮਰਨ ਕਰਦੇ ਹੋਏ ਅੱਗੇ ਜਾਵੇਗੀ, ਉਹ ਰਾਧਾ स्वामी ਉਸ ਅਨਾਮੀ ਤੋਂ ਮਿਲੇਗੀ। ਤਬ ਇਸकी ਜ਼ਿੰਦਗੀ ਵਿੱਚ ਉਹ ਮਗਨਤਾ ਆਊਗੀ। ਫਿਰ ਇਹ ਜਾ ਕੇ ਆਪਣੇ ਪਰਮਾਤਮਾ ਦੇ ਨਾਲ ਮਿਲ ਜੂਗੀ। ਫਿਰ ਇਹਦਾ ਜਿਹੜਾ ਖੇਲ ਹੈ ਇਹ ਖਤਮ ਹੋ ਜਾਊਗਾ। ਇਹ ਪਰਮਾਤਮਾ ਬਣ ਜੂਗੀ। ਲੇਕਿਨ ਇਹ ਹੋਵੇਗਾ ਕਿਵੇਂ ਭਰਾਵਾ? ਇਹ ਹੋਵੇਗਾ ਮਿਹਨਤ ਦੇ ਨਾਲ। ਇਹ ਹੋਵੇਗਾ ਟਾਈਮ ਕੱਢਣ ਦੇ ਨਾਲ। ਹਜ਼ੂਰ ਜੀ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਸਮਝਾਉਣ ਵਾਸਤੇ। ਬਾਬਾ ਜੀ ਵੀ ਨਾਲ ਬੈਠੇ ਹੋਏ ਸੀ। ਦੋਨਾਂ ਦੀ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਨੇ ਕਰਕੇ ਵਿਖਾਣਾ ਹੈ। ਗੱਲਾਂ ਜੋਗ ਨਾ ਹੋਈ, ਕਰਕੇ ਵਿਖਾਣਾ ਹੈ। ਕਰਕੇ ਵਿਖਾਵਾਂਗੇ, ਉਸ ਪਰਮਾਤਮਾ ਦੇ ਦਿੱਤੇ ਹੋਏ ਨਾਮ ਦੀ ਕਦਰ ਕਰਾਂਗੇ, ਸੱਚੇ ਇਨਸਾਨ ਬਣਾਂਗੇ, ਅੱਛੇ ਇਨਸਾਨ ਬਣਾਂਗੇ। ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਦੇ ਹੋਏ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅੱਗੇ ਸੁਪੁਰਦ ਕਰਾਂਗੇ। ਫਿਰ ਆਪਾਂ
अपना वो जिहड़ा रस्ता है वो अपने धाम वल चलांगे, उस धाम दे पहुंचांगे, उत्थे साडा कर है, वो साडा देश है, वही साडा मजहब है, वही आपां है। उस तो वड्डी हस्ती साडी नहीं हो सकती। ये दुनिया ने एक दिन फना हो जाना ते सारियां दे अगे यही बेनती है कि आपां ने भी इन्हां बाणियां नूं पकड़दे होए, इन्हां सत्संगां नूं पकड़दे होए करके विखाना है। करांगे तां पावांगे, नहीं करांगे इत्थे ते इत्थे रह जावांगे, फिर वापस आना पऊगा, फिर 84 दे जेल खाने दे विच फसना पऊगा। करके विखाना है, गुरु वाला बनना। आज दे विच अगला सत्संग 26 अक्टूबर नूं होवेगा। जिन्हां नूं भी आना है बड़ी खुशी दे नाल आ सकते हैं जी। राधा स्वामी जी। पटक में क्यों उमर होते, कहीं नहीं ठीक तुम लगना, लोग चौथे चलो सज के, गहो वहाँ जाए तुन बीना, अलख और अगम के पारा, अजब एक महल दिखलाना, वही राधा स्वामी से मिलना, हुआ मन आज अति मगन,